ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਜਵੀਂ ਜੋਤ ਹਨ ਔਰ ਇੰਜ ਕਹਿ ਲੋ ਸਿੱਖ ਜਗਤ ਗੁਰਮਤਿ ਦਾ ਇਹ ਮੱਧ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਣੀ ਦਾ ਬਹੁਤ ਕਹਿੰਦੇ ਨੇ, ਬਾਣੀ ਦਾ ਸਾਗਰ ਕਹਿੰਦੇ ਨੇ। ਆਪ ਜੀ ਦਾ ਜਨਮ ਵਾਕਈ ਅਦੁੱਤੀ ਹੈ, ਮਹਾਨ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ, ਬਾਬਾ ਮਹਾਦੇਵ ਤੇ ਸਭ ਤੋਂ ਛੋਟੇ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ। ਮਾਤਾ ਭਾਨੀ ਜੀ ਹਨ ਔਰ ਇਸ ਤਰੀਕੇ ਨਾਲ ਆਪ ਧਾਰਮਿਕ ਮਾਹੌਲ ਵਿੱਚ ਪਰਵਰਿਸ਼ ਪਾ ਰਹੇ ਹਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਗੋਦ ਵਿੱਚ ਅਕਸਰ ਖੇਡਦੇ ਹਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਅਸੀਸ ਅਕਸਰ ਆਪ ਨੂੰ ਪ੍ਰਾਪਤ ਹੁੰਦੀ ਹੈ। ਇੱਕ ਦਿਨ ਆਪ ਜਦ 1 ਸਾਲ ਦੇ ਸਨ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ੍ਹ ਰਹੇ ਸਨ, ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਇੰਦਵਾਲ ਦੀ ਇਹ ਗੱਲ ਹੈ ਜੋ ਆਪ ਦਾ ਜਨਮ ਸਥਾਨ ਹੈ। ਤਾਂ ਇੱਕਦਮ ਭੱਜੇ ਹੋਏ ਮਾਤਾ ਜੀ ਆਏ ਔਰ ਆਪ ਨੂੰ ਪਕੜ ਲਿਆ। ਬਈ ਨਹੀਂ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਸਤਿਗੁਰੂ ਦੇਵ ਜੀ ਮਹਾਰਾਜ ਦਾ ਅਸਥਾਨ ਹੈ, ਇਸ ਤੇ ਨਹੀਂ ਬੈਠੀ ਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕਦਮ ਗਲਵਕੜੀ ਚ ਲੈ ਲਿਆ, ਆਪਣੇ ਦੋਹਤੇ ਨੂੰ ਸਿੰਘਾਸਣ ਤੇ ਬਿਠਾ ਕੇ ਆਖਿਆ, ਦੋਹਤਾ ਬਾਣੀ ਕਾ ਬਹੁਤਾ। ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ਼ਾਰੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਂਦ ਦਾ ਇੱਕਦਮ ਪਤਾ ਚੱਲ ਗਿਆ। ਭੱਟ ਕਹਿੰਦੇ ਨੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੁਸੀਂ ਜੰਮਦਿਆਂ ਹੀ ਗੁਰਮਤ ਦੇ ਧਾਰਨੀ ਹੋ, ਬ੍ਰਹਮ ਦੇ ਪਹਿਚਾਨਣ ਵਾਲੇ ਹੋ। ਸਾਧਨਾ ਕਰਕੇ ਤੁਸੀਂ ਬ੍ਰਹਮ ਨੂੰ ਨਹੀਂ ਪਹਿਚਾਣਿਆ, ਬਲਕਿ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਤੁਹਾਡੇ ਕੋਲ ਹੈ, ਬੋਧ ਤੁਹਾਡੇ ਕੋਲ ਹੈ, ਗੁਰੂ ਦੀ ਮੱਤ ਤੁਹਾਡੇ ਕੋਲ ਹੈ। ਕਹਿੰਦੇ ਨੇ 4 ਤਰ੍ਹਾਂ ਦੇ ਪੁਰਸ਼ ਧਾਰਮਿਕ ਮੰਡਲ ਵਿੱਚ ਦੇਖੀਦੇ ਨੇ। ਇੱਕ ਉਹ ਜਨਮ ਲੈਂਦਾ ਹੈ, ਅੱਖ ਖੋਲਦਾ ਹੈ ਤੇ ਆਪਣੇ ਆਪ ਨੂੰ ਉਹ ਪ੍ਰਮਾਤਮਾ ਦੀ ਗੋਦ ਵਿੱਚ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਅਵਤਾਰੀ ਪੁਰਸ਼ ਕਹਿਲਾਂਦੇ ਨੇ, ਉੱਚ ਕੋਟੀ ਦੇ ਪੁਰਸ਼ ਕਹਿਲਾਂਦੇ ਨੇ ਔਰ ਇਹ ਪ੍ਰਥਮ ਸ਼੍ਰੇਣੀ ਦੇ ਪੁਰਸ਼ ਹੁੰਦੇ ਨੇ। ਦੂਸਰੇ ਉਹ ਜੋ ਚੱਲ ਚੱਲ ਕੇ ਪਹੁੰਚੇ ਨੇ ਪ੍ਰਮਾਤਮਾ ਦੀ ਗੋਦ ਤੱਕ, ਸਾਧਨਾ ਕਰ ਕਰਕੇ ਪਹੁੰਚੇ ਨੇ ਪ੍ਰਮਾਤਮਾ ਦੀ ਗੋਦ ਤੱਕ। ਇਹ ਗੱਲ ਵੱਖਰੀ ਹੈ। ਸਾਧਨਾ 1 ਦਿਨ ਦੀ ਕੀਤੀ ਹੈ, 1 ਮਹੀਨੇ ਦੀ ਕੀਤੀ ਹੈ, ਜਾਂ ਸਾਧਨਾ 1 ਸਾਲ ਦੀ ਹੈ, ਜਾਂ 1 ਜਨਮ ਦੀ ਹੈ, ਜਾਂ ਕਈ ਜਨਮਾਂ ਦੀ ਹੈ। ਇਹ ਉਹਨਾਂ ਦੇ ਚੱਲਣ ਦੇ ਉੱਤੇ ਸੀ, ਪਰ ਪਹੁੰਚੇ ਉਹ ਸਾਧਨਾ ਕਰ ਕਰਕੇ ਹੀ ਨੇ। ਇਸ ਸ਼੍ਰੇਣੀ ਦੇ ਜਿਹੜੇ ਮਹਾਂਪੁਰਸ਼ ਆਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰੂ ਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਹੈ। ਭਗਤ ਬਾਣੀ ਤੇ ਗੁਰਬਾਣੀ ਦੇ ਵਿੱਚ ਕੋਈ ਅੰਤਰ ਨਹੀਂ। ਅਗਰ ਅੰਤਰ ਕੋਈ ਕਰਨਾ ਵੀ ਹੋਵੇ ਤਾਂ ਉਹ ਇਤਨਾ ਹੀ ਹੈ ਕਿ ਗੁਰੂ ਉਹ ਹੈ ਜਿਸ ਨੇ ਅੱਖ ਖੋਲੀ ਤੇ ਪ੍ਰਮਾਤਮਾ ਦੀ ਗੋਦ ਵਿੱਚ ਸੀ। ਭਗਤ ਉਹ ਹੈ ਜੋ ਚੱਲ ਚੱਲ ਕੇ ਪਹੁੰਚਿਆ ਪ੍ਰਮਾਤਮਾ ਦੀ ਗੋਦ ਤੱਕ। ਲੇਕਿਨ ਦੋਹਾਂ ਨੇ ਗੱਲ ਉਸ ਗੋਦ ਦੀ ਕੀਤੀ ਹੈ, ਉਸ ਪ੍ਰਮਾਤਮਾ ਦੀ ਕੀਤੀ ਹੈ, ਉਸ ਅਕਾਲ ਪੁਰਖ ਦੀ ਕੀਤੀ ਹੈ। ਤੋ ਕਬੀਰ ਤੇ ਖੁਦ ਆਪਣੀ ਰਚਨਾ ਵਿੱਚ ਕਬੂਲ ਕਰਦੇ ਨੇ ਕਿ ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋ ਮਿਟਿਆ ਨਾ ਜਾਈ। ਇਹ ਅਕਾਲ ਪੁਰਖ, ਪਿਛਲੇ ਜਨਮ ਦੇ ਵਿੱਚ ਵੀ ਮੈਂ ਤੇਰਾ ਸੇਵਕ ਸੀ, ਸਾਧਨਾ ਕਰਦਾ ਰਿਹਾ, ਪਰ ਮੇਰੀ ਸਾਧਨਾ ਸਫਲ ਨਹੀਂ ਹੋਈ ਕਿਉਂਕਿ ਮੈਂ ਤੇਰੀ ਗੋਦ ਤੱਕ ਨਹੀਂ ਪਹੁੰਚਿਆ, ਮੈਂ ਤੇਰੇ ਦਰ ਤੱਕ ਨਹੀਂ ਪਹੁੰਚ ਸਕਿਆ। ਜੀਵਨ ਦਾ ਅੰਤ ਹੋ ਗਿਆ ਰਸਤੇ ਦੇ ਵਿੱਚ ਔਰ ਅਦ ਕੀ ਤੂੰ ਮੇਰ ਕਰ, ਬਖਸ਼ਿਸ਼ ਕਰ, ਮੈਂ ਤੇਰੀ ਗੋਦ ਤੱਕ ਪਹੁੰਚਾਂ, ਤੇਰੇ ਦਰ ਤੱਕ ਪਹੁੰਚਾਂ, ਤੇਰੇ ਘਰ ਤੱਕ ਪਹੁੰਚਾਂ। ਤੋ ਦੂਸਰੀ ਸ਼੍ਰੇਣੀ ਦੇ ਵਿੱਚ ਇਹ ਮਨੁੱਖ ਆਉਂਦੇ ਨੇ ਪਰਮ ਪੁਰਖ ਜੋ ਚੱਲ ਚੱਲ ਕੇ ਪ੍ਰਮਾਤਮਾ ਦੀ ਗੋਦ ਤੱਕ ਪਹੁੰਚੇ ਨੇ। ਤੀਸਰੇ ਉਹ ਨੇ ਜੋ 2 ਕਦਮ ਅੱਗੇ ਚੱਲਦੇ ਨੇ, 1 ਕਦਮ ਪਿੱਛੇ ਵੀ ਮੁੜਦੇ ਨੇ। ਉਹਨਾਂ ਦਾ ਚੱਲਣਾ ਬਸ ਐਸਾ ਹੈ, ਅੱਗੇ ਵੀ ਗਏ ਪਿੱਛੇ ਵੀ ਚਲੇ ਗਏ, ਦਾਨ ਪੁੰਨ ਵੀ ਕੀਤਾ ਪਰ ਕੁਛ ਬੇਈਮਾਨੀ ਵੀ ਕਰ ਲਈ, ਸੱਚ ਵੀ ਬੋਲ ਲਿਆ, ਝੂਠ ਵੀ ਬੋਲ ਲਿਆ, ਪਰਉਪਕਾਰ ਵੀ ਕਰ ਲਿਆ,
ਦੁਰਾਚਾਰ ਵੀ ਕਰ ਲਿਆ, ਅੱਗੇ ਵੀ ਵਧੇ, ਪਿੱਛੇ ਵੀ ਮੁੜੇ, ਇਹ ਤੀਸਰੀ ਤਰ੍ਹਾਂ ਦੇ ਸਾਧਕ ਨੇ ਔਰ ਅਕਸਰ ਰਸਤੇ ਵਿੱਚ ਰਹਿ ਜਾਂਦੇ ਨੇ। ਤੇ ਧਾਰਮਿਕ ਦੁਨੀਆ ਦੇ ਇਹ ਤੀਸਰੀ ਕੋਟੀ ਦੇ ਮਨੁੱਖ ਨੇ। ਧਾਰਮਿਕ ਦੁਨੀਆ ਦੇ ਚੌਥੀ ਸ਼੍ਰੇਣੀ ਦੇ ਉਹ ਮਨੁੱਖ ਨੇ ਜੋ ਜੀਵਨ ਭਰ ਪੁੱਛਦੇ ਤੇ ਰਹਿੰਦੇ ਨੇ, ਪਰ ਮਾਰਗ ਤੇ ਕਦੀ ਕਦਮ ਨਹੀਂ ਰੱਖਦੇ, ਚੱਲਦੇ ਨਹੀਂ। ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਇੰਜ ਕਰਦੇ ਨੇ, पूछत है पथक ते मार्ग न धरे पग, प्रीतम के देश कैसे बातन से जाइए। सिर्फ पुछदे ही रहंदे ने और सारी जिंदगी पुछदे ही बतीत कर छड़दे ने, मार्ग ते कदी कदम नहीं रखते, कदी पैर नहीं रखते। ये चौथी श्रेणी दे मनुख ने। पंजवीं श्रेणी दा मनुख धार्मिक दुनिया दे च नहीं आउंदा। ਉਹ ਮਨੁੱਖ ਹੈ ਜਿਹਦੀ ਜ਼ਿੰਦਗੀ ਦੇ ਵਿੱਚ ਧਰਮ ਕੋਈ ਮਸਲਾ ਹੀ ਨਹੀਂ, ਉਹ ਪੁੱਛਦਾ ਵੀ ਨਹੀਂ, ਚੱਲਦਾ ਤੇ ਹੈ ਹੀ ਨਹੀਂ, ਉਹ ਪੁੱਛਦਾ ਵੀ ਨਹੀਂ, ਉਹਦੀ ਜ਼ਿੰਦਗੀ ਵਿੱਚ ਇਸ ਦਾ ਕੋਈ ਸਵਾਲ ਨਹੀਂ ਹੈ। ਈਸ਼ਵਰ ਉਹਦੀ ਜ਼ਿੰਦਗੀ ਦੀ ਸਮੱਸਿਆ ਨਹੀਂ ਹੈ, ਧਰਮ ਉਹਦੇ ਜੀਵਨ ਦੀ ਕੋਈ ਲੋੜ ਨਹੀਂ। ਇਹ ਬਿਲਕੁਲ ਬੇਹੋਸ਼ ਸੁੱਤਾ ਹੋਇਆ ਮਨੁੱਖ ਹੈ। ਇੱਥੇ ਕੋਈ ਬਹੁਤ ਵੱਡੀ ਦੁੱਖ ਦੀ ਚੋਟ ਇਸ ਨੂੰ ਲੱਗੇ ਤਾਂ ਹੀ ਧਰਮ ਇਹਦੀ ਜ਼ਿੰਦਗੀ ਦਾ ਮਸਲਾ ਹੋ ਸਕੇਗਾ, ਤਾਂ ਹੀ ਇਹ ਥੋੜਾ ਸੁਚੇਤ ਹੋ ਕੇ ਇਸ ਮਾਰਗ ਤੇ ਚੱਲ ਸਕੇਗਾ। ਵਰਨਾ ਇਹ ਤੇ ਇਸੇ ਤਰੀਕੇ ਨਾਲ ਬੇਹੋਸ਼ੀ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ। ਔਰ ਦੁੱਖ ਹਰ ਹਾਲਤ ਵਿੱਚ ਦੁੱਖ ਨਹੀਂ, ਦੁੱਖ ਦੀ ਚੋਟ ਇਸ ਵਾਸਤੇ ਹੈ ਕਿ ਬੰਦਾ ਜਾਗੇ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨ ਹੋਏ, या केतियां दुख भूख सदमार, ए भेदात तेरी दाता। एक सूफी फकीर का कहना है, जख्म जब भी कोई ज़हनो दिल पर लगा, जिंदगी की तरफ एक दरीचा खुला, हम भी गोया किसी साज के तार हैं, चोट खाते रहे गुनगुनाते रहे, चोट खाते रहे गुनगुनाते रहे। ਜ਼ਰਬ ਤੋਂ ਬਿਨਾ, ਚੋਟ ਤੋਂ ਬਿਨਾ ਤੇ ਸਿਤਾਰ ਦੀਆਂ ਤਾਰਾਂ ਵੀ ਨਹੀਂ ਬੋਲਦੀਆਂ, ਚੋਟ ਤੋਂ ਬਿਨਾ ਤੇ ਤਬਲੇ ਵਿੱਚ ਆਵਾਜ਼ ਵੀ ਨਹੀਂ ਨਿਕਲਦੀ। ਬਿਨਾ ਦੁੱਖ ਦੀ ਚੋਟ ਤੋਂ ਮਨੁੱਖ ਦੀ ਰਸਨਾ ਵਿੱਚੋਂ ਵੀ ਪ੍ਰਮਾਤਮਾ ਦਾ ਨਾਮ ਨਹੀਂ ਨਿਕਲਦਾ, ਈਸ਼ਵਰੀ ਇਬਾਦਤ ਨਹੀਂ ਆਉਂਦੀ। ਤੋ ਦੁੱਖ ਹਰ ਹਾਲਤ ਵਿੱਚ ਪ੍ਰਮਾਤਮਾ ਦੀ ਦਿੱਤੀ ਹੋਈ ਕਰੋਪੀ ਨਹੀਂ, ਉਹਦੀ ਬਖਸ਼ਿਸ਼ ਹੈ। ਜਗਾਉਣ ਵਾਸਤੇ ਇਹ ਚੋਟ ਚਾਹੀਦੀ ਹੈ, ਜਗਾਉਣ ਲਈ ਇਹ ਦੁੱਖ, ਇਹ ਭੁੱਖ ਚਾਹੀਦੀ ਹੈ। ਇਸ ਵਾਸਤੇ ਜਗਤ ਗੁਰੂ ਬਾਬੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁੱਖ ਨੂੰ ਈਸ਼ਵਰ ਦੀ ਕਰੋਪੀ ਨਹੀਂ ਆਖਿਆ, ਦਾਤ ਆਖਿਆ। ਕੇਤਿਆਂ ਦੁੱਖ ਭੂਖ ਸਦਮਾਰ, ਇਹ ਭੇਦਾਤ ਤੇਰੀ ਦਾਤਾ। तो गुरु अर्जन देव जी महाराज अवतारी पुरुष ने और प्रथम श्रेणी दी पुरुष ने, तै जन्मत गुरमत ब्रह्म पछाणियो। आप जमदियां ही ब्रह्म दी पहचान करने वाले ने और गुरमत दे धारनी ने। आप जी दी देन हरिमंदिर साहब दरबार साहब, जिथे अमृत सरोवर गुरु रामदास जी महाराज दी देन है, उथे हरिमंदिर गुरु अर्जन देव जी महाराज दी देन है। और आपने महान तीरथ तरन तारण साहब बनाया, जो अज भी वो तीरथ रोगियां दे रोग खंडन विच समर्थ है। खास करके जिल्दी बीमारियां दे रोगी, कोड़ दे रोगी, होर इस तरह दे छोटे मोटे जिल्दी बीमारियां दे रोगी उत्थे जाके जद सुखमनी साहब दा पाठ करते ने, सरोवर दा इशनान करते ने भावना नाल, तो देखण विच आया है ये बीमारी अज भी उन्हां दी दूर होंदी है। गुरु अर्जन देव जी महाराज दीयां बख्शिशां अज भी उत्थे पूर्ण रूप विच छाईयां होईयां ने। आप जी ने करतारपुर साहब वसाया और उत्थे भी सत्संग दा महान प्रवाह चलाया। तामीरी रुचियां दे आप मालिक, लेकिन आप महान कलाकार ने। संगीत ते कविता आप दे रोम रोम दे समाई हुई है। कीर्तन दे आप इतने आशिक, इतने रसक कि कीर्तन तो बिना रह ही नहीं सकते। एक दफा सत्ते ते ब्रह्मंड ने जद कीर्तन करन तो इनकार किया है, आप खुद ही सरंदा लेके कीर्तन करन लगे और झूम झूम के मस्ती दे कीर्तन करन लगे। इस तो एक गल स्पष्ट हुई, जिथे आप महान बाणी दे बहुत ने,
ਉੱਥੇ ਆਪ ਮਹਾਨ ਸੰਗੀਤਕਾਰ ਨੇ। ਔਰ ਇਹ ਹਕੀਕਤ ਹੈ ਕਿ ਜਦ ਕੋਈ ਹਿਰਦਾ ਪਰਿਪੂਰਨ ਪਰਮਾਤਮਾ ਨਾਲ ਜੁੜਿਆ ਹੋਇਆ ਹੋਵੇ, ਉਹਦੇ ਅੰਦਰੋਂ ਰਾਗ ਨਿਕਲੇਗਾ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦੁੱਖ ਦੇ ਵਿੱਚ ਬੰਦਾ ਰੋਂਦਾ ਹੈ, ਖੁਸ਼ੀ ਦੇ ਵਿੱਚ ਬੰਦਾ ਗਾਉਂਦਾ ਹੈ। ਖੁਸ਼ੀ ਦੇ ਵਿੱਚ ਗਾਉਣਾ ਨਿਕਲਦਾ ਹੈ, ਦੁੱਖ ਦੇ ਵਿੱਚ ਰੋਣਾ ਨਿਕਲਦਾ ਹੈ। ਤੇ ਜਿਸ ਦਿਨ ਬੰਦੇ ਨੂੰ ਪਰਮ ਖੁਸ਼ੀ ਮਿਲਦੀ ਹੈ, ਤੇ ਪਰਮ ਖੁਸ਼ੀ ਮਿਲਦੀ ਹੈ ਪਰਮ ਪੁਰਖ ਦੀ ਪ੍ਰਾਪਤੀ ਦੇ ਨਾਲ, ਤੇ ਪਰਮ ਪੁਰਖ ਹੈ ਪਰਮਾਤਮਾ। ਉਹ ਖੁਸ਼ੀ ਵੀ ਪਰਮ ਹੈ, ਮਹਾਨ ਹੈ। ਇਤਨੀ ਵੱਡੀ ਖੁਸ਼ੀ ਕਿ ਅੰਦਰੋਂ ਸੰਗੀਤ ਦੇ ਫੁਆਰੇ ਛੁੱਟ ਪੈਂਦੇ ਨੇ, ਸੰਗੀਤ ਦੀ ਝਰਨਾਹਟ ਅੰਦਰੋਂ ਛੁੱਟ ਪੈਂਦੀ ਹੈ। ਸੰਸਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੰਗੀਤ ਤੇ ਸਾਜ਼ਾਂ ਦੇ ਜਨਮਦਾਤੇ ਸੰਤ ਲੋਕ ਨੇ, ਮਹਾਪੁਰਸ਼ ਨੇ। ਮੁਰਲੀ ਦੀ ਦੇਣ ਸ੍ਰੀ ਕ੍ਰਿਸ਼ਨ ਦੀ ਹੈ। ਇੱਕ ਤਾਰਾ ਨਾਰਦ ਨੇ ਜਗਤ ਨੂੰ ਭੇਟ ਕੀਤਾ ਹੈ। ਡਮਰੂ ਸ਼ੰਕਰ ਦੀ ਦੇਣ ਹੈ। ਰਬਾਬ ਸੂਫੀ ਫਕੀਰਾਂ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਔਰ ਇਹ ਸਾਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਹੁਤ ਪਿਆਰਾ ਸੀ, ਅਤਿਅੰਤ ਪਿਆਰਾ ਸੀ। ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ। ਤੋ ਗੱਲ ਇੱਕ ਸਪਸ਼ਟ ਹੋਈ ਕਿ ਜਦ ਬੰਦਾ ਦੁੱਖ ਦੇ ਚ ਹੋਵੇ ਤੇ ਰੋਣਾ ਨਿਕਲਦਾ ਹੈ, ਜਦ ਬੰਦਾ ਪਰਮ ਆਨੰਦ ਦੇ ਚ ਹੋਵੇ ਤੋ ਗਾਉਣਾ ਨਿਕਲਦਾ ਹੈ, ਸੰਗੀਤ ਨਿਕਲਦਾ ਹੈ, ਗੀਤ ਨਿਕਲਦਾ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਭਗਤਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਈ, ਪਰਮ ਆਨੰਦ ਉਹਨਾਂ ਦੇ ਅੰਦਰੋਂ ਗੀਤ ਤੇ ਸੰਗੀਤ ਦੇ ਰਾਹੀਂ ਪ੍ਰਗਟ ਹੋਇਆ। ਦੁਨੀਆ ਭਰ ਦੇ ਭਗਤਾਂ ਨੇ ਪਰਮਾਤਮਾ ਦੀ ਗੱਲ ਗੀਤ ਦੇ ਚ ਆਖੀ ਹੈ, ਸੰਗੀਤ ਦੇ ਚ ਆਖੀ ਹੈ। ਚਾਹੇ ਉਹ ਕਬੀਰ ਨੇ, ਚਾਹੇ ਉਹ ਰਵਿਦਾਸ ਨੇ, ਚਾਹੇ ਉਹ ਬੈਣੀ ਨੇ, ਚਾਹੇ ਉਹ ਤ੍ਰਿਲੋਚਨ ਨੇ, ਤੇ ਚਾਹੇ ਜਗਤ ਪ੍ਰਸਿੱਧ ਭਗਤਣੀ ਮੀਰਾ ਹੈ। ਉਹ ਜਦ ਵੀ ਪ੍ਰਮਾਤਮਾ ਦੀ ਗੱਲ ਕਰਦੀ ਹੈ, ਗੀਤ ਦੇ ਚ ਕਰਦੀ ਹੈ, ਸੰਗੀਤ ਦੇ ਚ ਕਰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਪ੍ਰਭੂ ਦੀ ਗੱਲ ਬੋਲਦੇ ਨੇ, ਗੀਤ ਦੇ ਚ ਬੋਲਦੇ ਨੇ, ਸੰਗੀਤ ਦੇ ਚ ਬੋਲਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੀ ਗੱਲ ਕਰਦੇ ਨੇ, ਗੀਤ ਦੇ ਚ ਕਰਦੇ ਨੇ, ਸੰਗੀਤ ਦੇ ਚ ਕਰਦੇ ਨੇ। ਇਹ ਬਹੁਤ ਵੱਡੀ ਕਲਾ ਹੈ, ਗੀਤ ਔਰ ਸੰਗੀਤ। ਤੋ ਜਦ ਵੀ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਉਹ ਹਿਰਦੇ ਦੀ ਸੇਜਾ ਤੇ ਬਿਰਾਜਮਾਨ ਹੁੰਦਾ ਹੈ। ਫਿਰ ਭਗਤਾਂ ਦੀ ਰਸਨਾ ਤੋਂ ਗੀਤ ਸੰਗੀਤ ਦੇ ਰਾਹੀਂ ਪ੍ਰਗਟ ਹੁੰਦਾ ਹੈ, ਤੇ ਜਗਤ ਨੂੰ ਉਸ ਪਰਮਾਤਮਾ ਦਾ ਜੋ ਬੋਧ ਮਿਲਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਔਰ ਇਹ ਗੀਤ ਤੇ ਸੰਗੀਤ ਪਰਮਾਤਮਾ ਦੀ ਪ੍ਰਾਪਤੀ ਦਾ ਵੀ ਸਾਧਨ ਬਣਦੇ ਨੇ। ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਨਾਨਕ ਭਉ ਜਲ ਪਾਰ ਭਰੇ ਜੋ ਗਾਵੇ ਪ੍ਰਭ ਕੇ ਗੀਤ। ਭਉ ਸਾਗਰ ਤੋਂ ਤੇ ਉਹੀ ਪਾਰ ਹੋਵੇਗਾ ਜੋ ਗੀਤ ਗਾਵੇ। ਔਰ ਗੀਤ ਗਾਉਂਦਿਆਂ ਗਾਉਂਦਿਆਂ ਮਨੁੱਖ ਉਸ ਵਿਸਮਾਦ ਮੰਡਲ ਦੇ ਛਾ ਜਾਂਦਾ ਹੈ, ਜਦ ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ, ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ, ਅੰਦਰੋਂ ਹੀ ਗੀਤ ਦਾ ਸਾਗਰ ਉਮੜ ਪੈਂਦਾ ਹੈ। ਤੋ ਮੁਖਤਸਰ ਅਰਜ਼ ਇਹ ਕਿ ਜਦ ਵੀ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ, ਪ੍ਰਮਾਤਮਾ ਗੀਤ ਤੇ ਸੰਗੀਤ ਦੇ ਰਾਹੀਂ ਬਾਹਰ ਪ੍ਰਗਟ ਹੋਵੇਗਾ। ਦੁਨੀਆ ਭਰ ਦੇ ਕੀਮਤੀ ਸਾਜ਼ ਔਰ ਖਾਸ ਕਰਕੇ ਸਾਡੇ ਮੁਲਕ ਦੇ ਸਾਜ਼ ਇਹ ਭਗਤਾਂ ਦੀ ਦੇਣ ਨੇ। ਬੀਣਾ ਸੁਰਸਤੀ ਦੀ ਦੇਣ ਹੈ, ਇੱਕ ਤਾਰਾ ਨਾਰਦ ਦੀ ਦੇਣ ਹੈ, ਡਮਰੂ ਸ਼ੰਕਰ ਦੀ ਦੇਣ ਹੈ, ਮੁਰਲੀ ਸ੍ਰੀ ਕ੍ਰਿਸ਼ਨ ਦੀ ਦੇਣ ਹੈ, ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ, ਢੋਲਕ ਇਹ ਭਗਤਾਂ ਦੀ ਦੇਣ ਹੈ, ਖੜਤਾਲਾਂ ਇਹ ਭਗਤਾਂ ਦੀ ਦੇਣ ਹੈ। ਦਰਅਸਲ ਪਰਮਾਤਮਾ ਦੀ ਝਰਨਾਟ ਜਦ ਅੰਦਰ ਵੱਜਦੀ ਹੈ ਤੇ ਉਸ ਝਰਨਾਟ ਨੂੰ, ਉਸ ਅਨਹਦ ਧੁਨੀ ਨੂੰ ਭਗਤ ਜਨ ਬਾਹਰ ਪ੍ਰਗਟ ਕਰਨਾ ਚਾਹੁੰਦੇ ਨੇ, ਤਾਂ ਉਹ ਬਾਹਰ ਫਿਰ ਉਸ ਤਰ੍ਹਾਂ ਦੀ ਆਵਾਜ਼ ਲੱਭਦੇ ਨੇ ਜਿਹੜੀ ਕਿ ਉਹ ਅੰਦਰ ਸੁਣਦੇ ਨੇ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਅਣਮੜੀਆ ਮੰਦਲ ਬਾਜੇ ਬਿਨ ਸਾਵਨ ਘਨ ਹਰ ਗਾਜੇ, ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ। ਨਾਮਦੇਵ ਜੀ ਮਹਾਰਾਜ ਦਾ ਕਹਿਣਾ ਕਿ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਹੈ, ਪਰ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ। ਇਸੇ ਤਰੀਕੇ ਨਾਲ ਮੀਰਾ ਕਹਿੰਦੀ ਸੀ, ਮੇਰੇ ਅੰਦਰ ਇੱਕ ਧੁਨ ਵੱਜ ਰਹੀ ਹੈ, ਉਹਨੂੰ ਮੈਂ ਬਾਹਰ ਪ੍ਰਗਟ ਕਰਨਾ ਹੈ। ਤੋ ਇੱਕ ਤਾਰਾ ਵਜਾ ਕੇ ਉਹਨੇ ਪ੍ਰਗਟ ਕਰ ਦਿੱਤਾ, ਢੋਲਕ ਵਜਾ ਕੇ ਨਾਮਦੇਵ ਨੇ ਅੰਦਰ ਦੀ ਧੁਨ ਨੂੰ ਬਾਹਰ ਪ੍ਰਗਟ ਕਰ ਦਿੱਤਾ, ਡਮਰੂ ਵਜਾ ਕੇ ਅੰਦਰ ਦੇ ਅਨਹਦ ਨਾਦ ਨੂੰ ਸ਼ੰਕਰ ਨੇ ਬਾਹਰ ਪ੍ਰਗਟ ਕਰ ਦਿੱਤਾ, ਔਰ ਰਬਾਬ ਦੀ ਝਰਨਾਟ ਦੇ ਨਾਲ ਅਨਹਦ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗਾ ਗਾ ਕੇ ਬਾਹਰ ਪ੍ਰਗਟ ਕੀਤਾ। ਸਰੰਦੇ ਦੀ ਧੁਨ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਦਰ ਦੇ ਗੀਤ ਨੂੰ, ਅੰਦਰ ਦੇ ਸੰਗੀਤ ਨੂੰ ਬਾਹਰ ਜੋ ਹੈ ਪ੍ਰਗਟ ਕੀਤਾ। ਤੋ ਗੱਲ ਸਪਸ਼ਟ ਹੈ, ਬਹੁਤੇ ਦੁੱਖ ਦੇ
ਬੰਦਾ ਰੋਂਦਾ ਹੈ, ਪਰਮ ਆਨੰਦ ਦੇ ਚ ਮਨੁੱਖ ਗਾਉਂਦਾ ਹੈ। ਗੀਤ ਦਾ ਸੰਗੀਤ ਦਾ ਸੰਬੰਧ ਖੁਸ਼ੀ ਦੇ ਚ ਹੈ। ਅੱਜ ਵੀ ਜਿਸ ਘਰ ਦੇ ਚ ਕੋਈ ਮੰਗਲ ਹੋਵੇ, ਕੋਈ ਖੁਸ਼ੀ ਹੋਵੇ, ਉੱਥੇ ਫਿਰ ਗੀਤ ਸੰਗੀਤ ਦੀਆਂ ਧੁਨਾਂ ਛਿੜਦੀਆਂ ਨੇ। ਜੈਸੇ ਬਰਾਤ ਹੈ ਤੋ ਬਰਾਤ ਤੇ ਸੰਗੀਤ ਨਾਲ ਸ਼ੋਭਾ ਪਾਉਂਦੀ ਹੈ, ਬੈਂਡ ਬਾਜੇ, ਢੋਲਕ, ਮਰਦੰਗ ਇਤਿਆਦਿਕ। ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਸੰਗੀਤ ਹੋਵੇਗਾ, ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਗੀਤ ਹੋਵੇਗਾ। ਤੋ ਗੀਤ ਪ੍ਰਮਾਤਮਾ ਹੈ, ਸੰਗੀਤ ਪ੍ਰਮਾਤਮਾ ਹੈ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਗੀਤ ਤੇ ਸੰਗੀਤ ਦੇ ਮੁਜੱਸਮੇ ਨੇ। ਆਪ ਦੇ ਰੋਮ ਰੋਮ ਦੇ ਸੰਗੀਤ ਹੈ, ਆਪ ਦੇ ਰੋਮ ਰੋਮ ਦੇ ਪ੍ਰਮਾਤਮਾ ਦੇ ਗੀਤ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਮਲ ਹਿਰਦੇ ਦੇ ਮਾਲਕ। ਪਰ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਹੁੰਦੇ ਨੇ ਸਤਵਾਦੀ, ਇਹ ਪਰੰਪਰਾਵਾਦੀ ਨਹੀਂ ਹੁੰਦੇ। ਤੋ ਅਕਸਰ ਇਹਨਾਂ ਦਾ ਸਤਾਧਾਰੀਆਂ ਨਾਲ ਘੋਲ ਹੋ ਜਾਂਦਾ ਹੈ, ਟਕਰਾਓ ਹੋ ਜਾਂਦਾ ਹੈ। ਵਕਤ ਦੀ ਹਕੂਮਤ, ਵਕਤ ਦੇ ਹੋਰ ਸਮਾਜ ਦੇ ਮੁਖੀ, ਧਰਮ ਦੇ ਮੁਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਟਕਰਾਏ ਕਿਉਂ? ਕਿ ਪਰਮ ਪੁਰਖ ਪਰੰਪਰਾਵਾਦੀ ਨਹੀਂ ਹੁੰਦਾ, ਸਤਵਾਦੀ ਹੁੰਦਾ ਹੈ। ਤੇ ਸਤ ਤੇ ਪਰੰਪਰਾ ਵਿੱਚ ਬੜਾ ਅੰਤਰ ਹੈ। ਪਰੰਪਰਾ ਤੇ ਲਕੀਰ ਦਾ ਫਕੀਰ, ਮੱਖੀ ਤੇ ਮੱਖੀ ਮਾਰਨਾ। ਪਰ ਸਤਵਾਦੀ ਤੇ ਉਹ ਦੇਖਦਾ ਹੈ ਕਿ ਸਚਾਈ ਕੀ ਹੈ, ਸੱਚ ਕੀ ਹੈ। ਤੋ ਅਕਸਰ ਐਸਾ ਹੁੰਦਾ ਹੈ ਕਿ ਸਤਾਧਾਰੀਆਂ ਦਾ ਤੇ ਸਤਵਾਦੀਆਂ ਦਾ ਘੋਲ ਹੋ ਜਾਂਦਾ ਹੈ। ਉਡੀਕ ਹੈ ਉਸ ਦਿਨ ਦੀ ਜਿਸ ਦਿਨ ਸਤਾ ਤੇ ਸਤਾਧਾਰੀ ਦੇ ਵਿੱਚ, ਸਤ ਤੇ ਸਤਾਧਾਰੀ ਦੇ ਵਿੱਚ ਘੋਲ ਨਾ ਹੋਵੇ, ਇੱਕ ਮਿਕ ਹੋਵੇ। ਤੇ ਇਹ ਤਾਂ ਹੀ ਹੋ ਸਕੇਗਾ ਕਿ ਸਤਵਾਦੀ ਸਤਾਧਾਰੀ ਹੋਵੇ ਤੇ ਸਤਾਧਾਰੀ ਸਤਵਾਦੀ ਹੋਵੇ। ਤਾਂ ਹੀ ਜਗਤ ਦੇ ਵਿੱਚ ਕਲਿਆਣ ਮੰਗਲਾ ਚਰਨ ਦੀਆਂ ਧੁਨਾਂ ਗੂੰਜਣਗੀਆਂ। ਨਹੀਂ ਤੇ ਜਗਤ ਅਨਰਥ ਤੇ ਨਰਕ ਦਾ ਰੂਪ ਬਣਿਆ ਰਹੇਗਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਮਸੰਦਾਂ ਤੇ ਸ਼ਰੀਕਾਂ ਨੇ ਵੀ ਬਹੁਤ ਭੈੜਾ ਵਤੀਰਾ ਕੀਤਾ। ਔਰ ਖਾਸ ਕਰਕੇ ਆਪ ਦੇ ਵੱਡੇ ਭਰਾ ਨੇ ਚਾਰੋਂ ਪਾਸੇ ਮਸੰਦਾਂ ਦੀ ਡਿਊਟੀ ਲਾ ਦਿੱਤੀ। ਕੋਈ ਵੀ ਸਿੱਖ, ਕੋਈ ਵੀ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪਹੁੰਚਣ ਨਾ ਪਾਵੇ। ਐਸਾ ਹੋਇਆ 3 ਦਿਨ ਲੰਗਰ ਵੀ ਮਸਤਾਨਾ ਰਿਹਾ। ਔਰ ਹਾਲਤ ਐਸੀ ਹੋ ਗਈ ਕਿ ਜਗਤ ਮਾਤਾ ਗੰਗਾ ਜੀ ਆਪ ਜੀ ਦੀ ਸੁਪਤਨੀ, ਉਹਨਾਂ ਨੇ ਸਾਰਾ ਘਰ ਟੋਲਿਆ। ਬੜੀ ਮੁਸ਼ਕਿਲ ਦੇ ਨਾਲ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਥੋੜਾ ਜਿਹਾ ਬੇਸਨ ਪਿਆ ਸੀ, ਉਹਦੇ 2 ਪ੍ਰਸ਼ਾਦੇ ਬਣਾ ਕੇ ਸਤਿਗੁਰਾਂ ਦੇ ਅੱਗੇ ਰੱਖੇ। ਕਿਉਂਕਿ ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ ਸੀ, ਧਨ ਲੁੱਟ ਕੇ ਲੈ ਗਿਆ, ਚਾਰਪਾਈਆਂ ਲੁੱਟ ਕੇ ਲੈ ਗਿਆ, ਭਾਂਡੇ ਲੁੱਟ ਕੇ ਲੈ ਗਿਆ, ਘਰ ਵਿੱਚ ਕੁਝ ਵੀ ਨਹੀਂ ਸੀ। 2 ਰੁੱਖੇ ਮਿੱਸੇ ਪ੍ਰਸ਼ਾਦੇ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੋਂ ਰੱਖੇ ਤਾਂ ਆਪ ਜ਼ਾਰੋ ਜ਼ਾਰ ਰੋ ਪਈਆਂ। ਧੀਰਜ, ਦਿਆਲੂ ਤੇ ਬ੍ਰਹਮ ਗਿਆਨ ਦੇ ਮੁਜੱਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਪਤਨੀ ਨੂੰ ਸੰਬੋਧਨ ਕਰਦਿਆਂ ਇਹ ਕੀਮਤੀ ਪੰਕਤੀਆਂ ਉਚਾਰਨ ਕੀਤੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕਾਨੜਾ ਰਾਗ ਦੇ ਵਿੱਚ ਦਰਜ ਨੇ। ਰੂਖੋ ਭੋਜਨ ਭੂਮ ਸੈਨ ਸਖੀ, ਪ੍ਰੇ ਸੰਗ ਸੁਖ ਬਿਹਾਤ। ਕੀ ਹੋਇਆ ਐ ਸਖੀ? ਭੋਜਨ ਰੁੱਖਾ ਹੈ, ਅੰਨ ਨਹੀਂ ਹੈ, ਧਨ ਨਹੀਂ ਹੈ, ਪਰ ਤੂੰ ਫਿਕਰ ਨਾ ਕਰ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਬਸਤਰ ਲੁੱਟ ਕੇ ਲੈ ਗਿਆ, ਸਾਜ਼ੋ ਸਮਾਨ ਲੁੱਟ ਕੇ ਲੈ ਗਿਆ, ਪਰ ਇਹਨਾਂ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਜਿਹੜਾ ਦਾਤਾ ਹੈ ਉਹ ਤੇ ਮੇਰੇ ਹਿਰਦੇ 'ਚ ਬੈਠਾ ਹੈ। ਉਸ ਨੂੰ ਤੇ ਲੁੱਟ ਕੇ ਨਹੀਂ ਲੈ ਗਿਆ, ਉਹ ਤੇ ਮੇਰੇ ਕੋਲ, ਉਹ ਤੇ ਮੇਰੇ ਅੰਦਰ ਬਿਰਾਜਮਾਨ। ਇਤਨੇ ਧੀਰਜਵਾਨ, ਖਿਮਾ ਦੀ ਮੂਰਤੀ, ਨਿਰਮਾਣਤਾ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਪ੍ਰੀਤ ਆਪ ਦੇ ਰੋਮ ਰੋਮ ਦੇ ਛਾਈ ਹੋਈ ਹੈ, ਰੱਬੀ ਪਿਆਰ ਆਪ ਦੇ ਅੰਗ ਅੰਗ ਦੇ ਸਮਾਇਆ ਹੋਇਆ। ਆਪ ਤੇ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਇਹ ਅਕਾਲ ਪੁਰਖ, ਇਹ ਤੇ ਇੱਕ ਪਰੰਪਰਾ ਹੈ, ਕਥਨੀ ਹੈ ਕਿ ਸਤਜੁਗ ਤੋਂ ਬਾਅਦ ਤ੍ਰੇਤਾ ਆਇਆ, ਤ੍ਰੇਤੇ ਤੋਂ ਬਾਅਦ ਦੁਆਪੁਰ ਆਇਆ, ਦੁਆਪੁਰ ਤੋਂ ਬਾਅਦ ਕਲਯੁਗ ਆਇਆ। ਅਸਲੀਅਤ ਇਹ ਹੈ ਐ ਪ੍ਰਭੂ ਜਿਸ ਘੜੀ ਤੋ ਨਹੀਂ ਮਿਲਦਾ ਬਸ ਉਸੇ ਵਕਤ ਕਲਯੁਗ ਹੈ। ਜਦ ਤੇਰਾ ਮਿਲਾਪ ਹੈ ਤਾਂ ਸਤਜੁਗ ਹੈ, ਔਰ ਤੇਰਾ ਵਿਛੋੜਾ ਹੈ ਤਾਂ ਕਲਯੁਗ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਪਿਆਰ ਆਪ ਦੇ ਰੋਮ ਰੋਮ ਦੇ ਸਮਾਇਆ।
ਸਭ ਤੋਂ ਮਹਾਨ ਦੇਣ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿੱਖ ਜਗਤ ਲਈ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਦੀ ਬੰਦਿਸ਼। ਆਪ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਸੰਗ੍ਰਹਿ ਕੀਤੀ, ਇਕੱਤਰ ਕੀਤੀਆਂ, ਪੋਥੀਆਂ ਇਕੱਤਰ ਕੀਤੀਆਂ ਤੇ ਫਿਰ ਆਪਣੀ ਬਾਣੀ। ਇਹ ਬੀੜ ਆਪ ਨੇ ਬਣਾਈ ਰਾਮਸਰ ਦੇ ਵਿੱਚ, ਸ਼੍ਰੀ ਅੰਮ੍ਰਿਤਸਰ ਦੇ ਵਿੱਚ ਰਾਮਸਰ ਦੇ ਤੱਟ ਤੇ ਬੈਠ ਕੇ ਆਪ ਨੇ ਇਹ ਬੀੜ ਤਿਆਰ ਕਰਵਾਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਤੇ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਆਪ ਨੇ ਪ੍ਰਕਾਸ਼ ਕਰਵਾਇਆ। ਬੀੜ ਤਿਆਰ ਕਰਾਉਣ ਲੱਗਿਆਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਉਹਨਾਂ ਭਗਤਾਂ ਦੀ ਬਾਣੀ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾੜਨਾ ਹੈ ਜੋ ਸਿੱਖੀ ਆਸ਼ੇ ਦੇ ਅਨੁਕੂਲ ਹਨ, ਸੱਚ ਦੇ ਅਨੁਕੂਲ ਹਨ, ਯਥਾਰਥ ਦੇ ਅਨੁਕੂਲ ਹਨ। ਭਗਤ ਛੱਜੂ ਜੀ ਜਦ ਆਏ ਤੇ ਉਹਨਾਂ ਨੇ ਆਪਣਾ ਕਲਾਮ ਪੇਸ਼ ਕੀਤਾ ਤੇ ਕਹਿਣ ਲੱਗੇ, ਕਾਗਜ਼ ਸੰਧੀ ਪੂਤਰੀ ਤੋ ਵੀ ਤ੍ਰਿਏ ਨਾ ਨਿਹਾਰ, ਯਹੀ ਮਾਰ ਲੈ ਜਾਵਈ ਯਥਾ ਬਿਲੋਚਨ ਧਾਰ। ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਵੇ ਤਾਂ ਨਹੀਂ ਵੇਖਣਾ ਚਾਹੀਦਾ, ਮਨ ਚੰਚਲ ਹੋ ਜਾਂਦਾ ਹੈ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਛੱਜੂ ਆਪਣੀ ਮਾਂ ਨੂੰ ਵੇਖਦਾ ਹੈ ਕਿ ਨਹੀਂ, ਆਪਣੇ ਭੈਣ ਦੇ ਦਰਸ਼ਨ ਕਰਦਾ ਹੈ ਜਾਂ ਨਹੀਂ? ਭੈਣ ਨੂੰ ਵੇਖ ਕੇ ਮਨ ਮੈਲਾ ਹੁੰਦਾ ਹੈ? ਛੱਜੂ ਜੀ ਕਹਿਣ ਲੱਗੇ, ਨਹੀਂ। ਮਾਂ ਨੂੰ ਵੇਖ ਕੇ ਕਦੀ ਮਨ ਮੈਲਾ ਹੋਇਆ ਹੈ? ਨਹੀਂ ਮਹਾਰਾਜ, ਕਦੀ ਨਹੀਂ ਮੈਲਾ ਹੋਇਆ। ਤੋ ਜਗਤ ਦੇ तमाम ਇਸਤਰੀਆਂ ਨੂੰ ਮਾਂ ਸਮਝ ਲੈ, ਭੈਣ ਸਮਝ ਲੈ, ਮਨ ਮੈਲਾ ਨਹੀਂ ਹੋਏਗਾ, ਮਨ ਨਿਰਮਲ ਹੋਵੇਗਾ। ਕਾਨਾ ਜੀ ਕਹਿਣ ਲੱਗੇ, ਮੈਂ ਉਹੀ ਰੇ, ਮੈਂ ਉਹੀ ਰੇ, ਇੱਕਦਮ ਰੋ ਗਿਆ। ਸਤਿਗੁਰੂ ਕਹਿਣ ਲੱਗੇ, ਅਸੀਂ ਮੈਂ ਦੇ ਚ ਲੀਨ ਨਹੀਂ ਹੋਣਾ, ਅਸੀਂ ਤੂੰ ਦੇ ਚ ਲੀਨ ਹੋਣਾ। ਤੇਰੇ ਬਚਨ ਵੀ ਗੁਰੂ ਆਸ਼ੇ ਅਨੁਸਾਰ ਨਹੀਂ ਨੇ। ਫਿਰ ਜਮਾਲ ਹੁਸੈਨ ਬੋਲੇ, ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾਵੇ ਅੜਿਆ, ਚੁੱਪ ਵੇ ਅੜਿਆ ਚੁੱਪ। ਸਤਿਗੁਰੂ ਕਹਿਣ ਲੱਗੇ, ਨਹੀਂ, ਤੇਰੇ ਬੋਲ ਵੀ ਗੁਰੂ ਆਸ਼ੇ ਅਨੁਸਾਰ ਨਹੀਂ ਨੇ। ਅਸੀਂ ਤੇ ਇਸ ਢੰਗ ਦੇ ਬਚਨਾਂ ਨੂੰ ਹੀ ਥਾਂ ਦੇ ਸਕਦੇ ਹਾਂ, ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਜਗਤ ਦੇ ਜਿਤਨੇ ਦਿਨ ਤੱਕ ਜੀਵਣਾ ਹੈ, ਕੁਛ ਕਹਿਣਾ ਹੈ, ਕੁਝ ਸੁਣਨਾ ਹੈ। ਇਸੇ ਲਈ ਅਕਾਲ ਪੁਰਖ ਨੇ ਕੰਨ ਬਣਾਏ ਨੇ, ਰਸਨਾ ਬਣਾਈਏ। ਇਹ ਨਹੀਂ ਕਿ ਖਾਮੋਸ਼ ਹੋ ਜਾਣਾ ਹੈ, ਚੁੱਪ ਹੋ ਜਾਣਾ, ਨਹੀਂ, ਬੋਲਣਾ ਹੈ। ਬੋਲ ਕੇ ਹੀ ਜਗਤ ਨਾਲ ਸੰਬੰਧ ਜੁੜਦਾ ਹੈ ਤੇ ਬੋਲ ਕੇ ਹੀ ਪ੍ਰਮਾਤਮਾ ਨਾਲ ਸੰਬੰਧ ਜੁੜਦਾ ਹੈ। ਠੀਕ ਢੰਗ ਨਾਲ ਬੋਲ ਸਕੀਏ, ਇਸ ਵਾਸਤੇ ਜਗਤ ਤੋਂ ਕੁਝ ਸੁਣਦੇ ਵੀ ਰਹਿਣਾ ਹੈ, ਠੀਕ ਸੁਣਦੇ ਵੀ ਰਹਿਣਾ ਹੈ, ਤਾਂ ਕਿ ਜਗਤ ਦੀ ਹੋਂਦ ਦਾ ਔਰ ਉਹਦੀ ਅਸਲੀਅਤ ਦਾ ਪਤਾ ਚੱਲੇ। ਤੋ ਆਪ ਨੇ ਬੜੀ ਸਾਵਧਾਨੀ ਦੇ ਨਾਲ ਭਗਤਾਂ ਦੀ ਬਾਣੀ ਇਕੱਤਰ ਕੀਤੀ ਔਰ ਉਹਨਾਂ ਭਗਤਾਂ ਦੀ ਜੋ ਗੁਰੂ ਤੇ ਸੱਚ ਦੇ ਆਸ਼ੇ ਅਨੁਸਾਰ ਸੀ, ਇਸ ਢੰਗ ਨਾਲ ਆਪ ਨੇ ਬਾਣੀ ਦਾ ਬੋਹਤ, ਬਾਣੀ ਦਾ ਜਹਾਜ਼ ਤਿਆਰ ਕਰਾਇਆ ਔਰ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਾ ਕੇ ਤਾਬਿਆਂ ਵਿੱਚ ਬਿਠਾਇਆ ਭਾਈ ਬੁੱਢਾ ਜੀ ਨੂੰ। ਆਪ ਨੇ ਉਸ ਦਿਨ ਜੋ ਸਿੱਖਾਂ ਪ੍ਰਤੀ ਉਪਦੇਸ਼ ਕੀਤਾ ਹੋਏ ਕਿ ਸਤਿਗੁਰ ਕੇ ਸਰੀਰ ਹੈ ਜੋ, ਸਭ ਥਾਨ ਸਮੇਂ ਸਭ ਨਾ ਦਰਸੈ ਹੈ, ਗ੍ਰੰਥ ਹਿਰਦਾ ਗੁਰੂ ਕੋ ਇਹੋ ਜਾਨੋ, ਉੱਤਮ ਹੈ ਸਭ ਕਾਲ ਰਹੇ ਹੈ। ਮੇਰੇ ਸਰੂਪ ਤੇ ਜਾਂ ਤੇ ਹੈ ਧੀਰਗ, ਸਾਹਿਬ ਜਾਨ ਅਦਾਇਬ ਕਹਿ ਹੋ, ਪੂਜੋ ਚੰਦਨ ਕੋ ਕੇਸਰ ਕੋ ਘਸ, ਧੂਪ ਦੁਲਖਾਏ ਕੇ ਫੂਲ ਚੜੇ ਹੋ। ਸਾਹਿਬ ਕਹਿੰਦੇ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ ਕਿਉਂ? ਮੈਂ ਅੱਜ ਹਾਂ, ਕੱਲ ਨਹੀਂ, ਪਰ ਇਹ ਜੁਗੋ ਜੁਗ ਅਟਲ ਹੈ। ਮੈਂ ਇੱਕ ਥਾਂ ਤੇ ਹਾਂ, ਸਾਰੀ ਥਾਂ ਤੇ ਨਹੀਂ, ਪਰ ਸ਼ਬਦ ਦਾ ਪ੍ਰਕਾਸ਼ ਸਾਰੀ ਥਾਵਾਂ ਤੇ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਇਹ ਸ਼ਬਦ ਅੰਗ ਸੰਗ ਹੋਵੇਗਾ। ਸ਼ਬਦ ਗੁਰੂ ਹਰ ਵਕਤ ਹਰ ਥਾਂ ਤੇ ਅੰਗ ਸੰਗ ਹੋਵੇਗਾ, ਸਰਬ ਕਾਲ ਹੋਵੇਗਾ, ਸਰਬ ਠੌਰ ਹੋਵੇਗਾ। ਇਸ ਵਾਸਤੇ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ, ਮਹਾਨ ਕਰਕੇ ਜਾਣਨਾ। ਨਿਰਮਾਣਤਾ ਦੇ ਪੁੰਜ ਨੇ ਪਹਿਲੇ ਪ੍ਰਕਾਸ਼ ਦੇ ਸਮੇਂ ਆਪਣਾ ਮਸਤਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੋਂ ਝੁਕਾਇਆ ਔਰ ਸਿੱਖ ਜਗਤ ਨੂੰ ਇਹੀ ਪ੍ਰੇਰਨਾ ਕੀਤੀ ਕਿ ਮੇਰੇ ਸਰੂਪ ਤੇ ਜਾਂ ਤੇ ਹੈ ਧੀਰਗ, ਸਾਹਿਬ ਜਾਨ ਅਦਾਇਬ ਕਹਿਓ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਆਪ ਦੀ ਸ਼ਖਸੀਅਤ ਬਾਰੇ, ਆਪ ਦੀ ਮਹਾਨਤਾ ਬਾਰੇ ਭੱਟ ਇੰਜ ਕਹਿੰਦੇ ਨੇ, ਉਹ ਭੱਟ ਜੋ ਸਾਰੀ ਜ਼ਿੰਦਗੀ ਸੰਤ ਦੀ, ਪੂਰਨ ਗੁਰੂ ਦੀ ਟੋਲ ਵਿੱਚ ਰਹੇ,
ਪਰ ਨਾ ਮਿਲਿਆ ਕਿਤੇ। ਆਪ ਸਵੈਮ ਕਹਿੰਦੇ ਨੇ, ਰਹਿਓ ਸੰਤ ਹੋ ਟੋਲ, ਸਾਧ ਬੈਉ ਤੇਰੇ ਡਿਠੇ, ਸੰਨਿਆਸੀ ਤਪਸਵੀ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋਂ ਫਿਰੋਂ ਕਨੋਨੋ ਪਰਚੋ ਲਾਇਓ, ਕਹਿਤੇ ਕਹਿਤੇ ਸੁਣੋ ਰਹਿਤ ਕੋ ਖੁਸ਼ੀ ਨਾ ਆਇਓ। ਭੱਟ ਕਹਿੰਦੇ ਨੇ ਹਰ ਥਾਂ ਤੇ ਕਥਨੀ ਸੀ, ਰਹਿਣੀ ਨਹੀਂ ਸੀ, ਕਹਿਣੀ ਸੀ, ਰਹਿਣੀ ਨਹੀਂ ਸੀ। ਪਰ ਅੱਜ ਇਸ ਤਰ੍ਹਾਂ ਦੇ ਪੁਰਸ਼ ਦੇ ਦਰਸ਼ਨ ਹੋਏ ਨੇ ਜੋ ਰਹਿਣੀ ਦਾ ਮੁਜੱਸਮਾ ਹੈ ਤੇ ਕਹਿਣੀ ਦਾ ਸਰਦਾਰ ਹੈ, ਕਹਿਣੀ ਦਾ ਸਿਰਮੌਰ ਹੈ, ਕਥਨੀ ਦਾ ਸੂਰਬੀਰ ਹੈ ਔਰ ਕਰਨੀ ਦਾ ਮਹਾਬਲੀ ਹੈ। ਉਸ ਤੇ ਅੱਜ ਦਰਸ਼ਨ ਹੋਏ ਨੇ। ਤਦੀ ਤੇ ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਨੇ, ਜਬ ਲੋ ਨਹੀਂ ਭਾਗ ਲਿਲਾਰੋ ਦੇ, ਤਬ ਲੋ ਭ੍ਰਮ ਤੇ ਫਿਰਤੇ ਬੌਧਾਇਓ, कल घोर समुद्र में बूढ़त थे, कब हो मिटे नहीं रे पछतायो, तत् विचार यह मथुरा जगतारन को अवतार बनायो, जप्यो जिन अर्जन देव गुरु फिर संकट जो गर्भ न आयो। वक़्त दी हुकूमत ने, वक़्त दी सता ने जेठ सुती चौथ ਨੂੰ ਲਾਹੌਰ ਵਿੱਚ ਆਪ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ। ਤੱਤੀ ਤਵੀ ਤੇ ਬਿਠਾਇਆ, ਉਬਲਦੀ ਦੇਗ ਦੇ ਚ ਉਬਾਲਿਆ, ਗਰਮ ਗਰਮ ਰੇਤਾ ਸੀਸ ਦੇ ਚ ਪਾਇਆ। ਕਸੂਰ ਇਤਨਾ ਹੀ ਸੀ ਕਿ ਆਪ ਸਤਵਾਦੀ ਸਨ, ਪਰੰਪਰਾਵਾਦੀ ਨਹੀਂ ਸਨ। ਸਾਈਂ ਮੀਆਂ ਮੀਰ ਜੋ ਆਪ ਦੇ ਅਨੰਨ ਭਗਤ ਸਨ, ਜਦ ਆਪ ਦੀ ਇਹ ਦਸ਼ਾ ਵੇਖੀ ਕਿ ਆਪ ਦੇ ਸੀਸ ਤੇ ਗਰਮ ਗਰਮ ਰੇਤਾ ਪਾਇਆ ਜਾ ਰਿਹਾ, ਆਪ ਨੂੰ ਤੱਤੀ ਤਵੀ ਤੇ ਬਿਠਾਇਆ ਹੋਇਆ, ਤਾਂ ਦੁੱਖ ਧੋਕੇ ਰੋ ਉੱਠੇ। ਗੁਰਦੇਵ ਨੇ ਉਸ ਵਕਤ ਜਿਹੜੇ ਬਚਨ ਉਚਾਰਨ ਕੀਤੇ, ਬਕੌਲ ਇੱਕ ਸ਼ਾਇਰ ਸੁਣ ਕਿਹਾ, ਸਤਿਗੁਰ ਨੇ ਮੀਆਂ ਛੋੜੋ ਪ੍ਰੀਤੀ ਚਾਮ ਸੇ, क्या हुआ तन तप गया मन शांत है हरि नाम से। आप दे ही बचन ने चंदन चंद न सरद रुत, मूल न मिटाई घाम, शीतल थीवे नानका जपंदड़ो हरि नाम। बाहर दी गर्मी और बाहर दी ठंड इते बाहर ही रहंदी है, पर अंदर दी शीतलता ते हरि नाम नाल मिलदी है, और अंदर दी तमाम गर्मी हरि नाम दे नाल दूर होंदी है, प्रभु सिमरन दे नाल दूर होंदी है। तो सिमरन दा ही सागर, ज्ञान दा सागर गुरु ग्रंथ साहिब जी महाराज